ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਤੇਜ ਸੰਧੂ ਫਰੋਮ ਈਜ਼ੀਵੇ। ਜਿਸ ਤਰ੍ਹਾਂ ਕਿ ਅਸੀਂ ਹਰ ਇੱਕ ਸ਼ੋਅ ਦੇ ਵਿੱਚ ਤੁਹਾਡੇ ਨਾਲ ਅਲੱਗ-ਅਲੱਗ ਕੰਟਰੀ ਲਈ ਡਿਸਕਸ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈ ਤੁਹਾਡਾ ਵੀਜ਼ਾ ਤੁਸੀਂ ਲੈ ਸਕਦੇ ਹੋ, ਕਿਹੜੀ ਕੰਟਰੀ 'ਚ ਤੁਹਾਡੀ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੈਗੀ ਆ, ਕਿਸ ਤਰੀਕੇ ਦੇ ਤੁਹਾਨੂੰ ਫੰਡ ਚਾਹੀਦੇ ਨੇ, ਕੀ ਤੁਹਾਡਾ ਫਿਊਚਰ ਹੋਏਗਾ, ਤੁਸੀਂ ਕਿਸ ਤਰੀਕੇ ਨਾਲ ਜਿਹੜਾ ਹੈ ਤੁਹਾਨੂੰ ਉੱਥੇ ਪੀਆਰ ਮਿਲੇਗੀ। ਇਹ ਸਭ ਚੀਜ਼ਾਂ ਜਿਹੜੀਆਂ ਅਸੀਂ ਅਲੱਗ-ਅਲੱਗ ਜਿਹੜਾ ਹੈ ਸ਼ੋਅ ਦੇ ਵਿੱਚ ਡਿਸਕਸ ਕਰਦੇ ਹਾਂ। ਸਾਡਾ ਜਿਹੜਾ ਹੈ ਸਭ ਤੋਂ ਜਿਹੜਾ ਅੱਜ ਮੈਂ ਜਿਹੜੀ ਗੱਲ ਕਰਾਂਗਾ, ਜਿਹੜਾ ਸਭ ਤੋਂ ਫੇਮਸ ਕੰਟਰੀ ਮੈਂ ਕਹਾਂਗਾ ਜਾਂ ਸਭ ਦਾ ਡ੍ਰੀਮ ਡੈਸਟੀਨੇਸ਼ਨ ਕਹਾਂਗਾ, ਉਹ ਹੈ ਕੈਨੇਡਾ। ਅਤੇ ਅਸੀਂ ਅੱਜ ਕੈਨੇਡਾ ਦੀ ਗੱਲ ਕਰਾਂਗੇ। ਬਹੁਤ ਸਾਰੇ ਸਟੂਡੈਂਟਸ ਹੈਗੇ ਨੇ ਜਿਹੜੇ ਗਵਰਨਮੈਂਟ ਕਾਲਜ ਦੇ ਵਿੱਚ ਅਪਲਾਈ ਨਹੀਂ ਕਰ ਪਾ ਰਹੇ, ਜਾਂ ਕੁਛ ਇੱਦਾਂ ਦੇ ਸਟੂਡੈਂਟਸ ਨੇ ਜਿਹੜੇ ਘੱਟ ਫੀਸ 'ਤੇ ਜਾਣਾ ਚਾਹੁੰਦੇ ਨੇ, ਜਾਂ ਕੁਛ ਇੱਦਾਂ ਦੇ ਸਟੂਡੈਂਟਸ ਨੇ ਜਿਨ੍ਹਾਂ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਆ ਉਹ ਗਵਰਨਮੈਂਟ ਕਾਲਜ ਨੂੰ ਮੀਟ ਨਹੀਂ ਕਰਦੀ। ਤਾਂ ਅੱਜ ਅਸੀਂ ਇੱਕ ਇੱਦਾਂ ਦਾ ਜਿਹੜਾ ਪ੍ਰਾਈਵੇਟ ਕਾਲਜ ਲੈ ਕੇ ਆ ਰਹੇ ਹਾਂ, ਜਿਹੜੇ ਕਾਲਜ ਦੇ ਵਿੱਚ ਤੁਹਾਨੂੰ ਹਰ ਤਰੀਕੇ ਦਾ ਬੈਨੀਫਿਟ ਮਿਲੇਗਾ, ਜਿਹੜੇ ਕਾਲਜ ਦੇ ਵਿੱਚ ਤੁਹਾਨੂੰ ਗਵਰਨਮੈਂਟ ਕਾਲਜ ਦੇ ਕੰਪੈਰੇਟਿਵਲੀ ਜਿਹੜਾ ਹੈ ਤੁਸੀਂ ਕੱਲ੍ਹ ਨੂੰ ਜਿਹੜਾ ਜੋਬ ਵੀ ਕਰ ਸਕਦੇ ਹੋ, ਕੱਲ੍ਹ ਨੂੰ ਤੁਹਾਡਾ ਜਿਹੜਾ ਹੈ ਪੀਆਰ ਲੈਣ ਵਿੱਚ ਵੀ ਈਜ਼ੀ ਹੋਏਗਾ। ਇੱਦਾਂ ਦਾ ਇੱਕ ਕਾਲਜ ਨਾਲ ਅਸੀਂ ਡਿਸਕਸ ਕਰਾਂਗੇ। ਅਤੇ ਅੱਜ ਮੈਂ ਜਿਹੜੀ ਤੁਹਾਨੂੰ ਮਿਲਾਵਾਂਗਾ ਸਾਡੇ ਜਿਹੜੇ ਹੈ ਮੈਡਮ ਹੈਗੇ ਨੇ ਕੋਮਲ ਸ਼ਰਮਾ ਜੀ, ਜਿਹੜੇ ਕਿ ਕੰਟਰੀ ਹੈੱਡ ਹੈਗੇ ਨੇ ਲਾਈਜ਼ਨ ਕਾਲਜ ਦੇ, ਜਿਹੜਾ ਪ੍ਰਾਈਵੇਟ ਕਾਲਜ ਹੈਗਾ ਹੈ ਕੈਨੇਡਾ ਦੇ ਵਿੱਚ। ਅਤੇ ਉੱਥੇ ਜਿਹੜਾ ਹੈ ਤੁਹਾਡੇ ਕੋਲ ਕੀ ਓਪਰਚੁਨਿਟੀਜ਼ ਹੈਗੀਆਂ ਨੇ, ਕੀ ਰਿਕੁਆਇਰਮੈਂਟਸ ਹੈਗੀਆਂ ਨੇ, ਅਤੇ ਕੀ ਤੁਹਾਡਾ ਫਿਊਚਰ ਹੈਗਾ ਹੈ, ਇਹ ਸਭ ਚੀਜ਼ ਦੇ ਲਈ ਜਿਹੜਾ ਅਸੀਂ ਡਿਸਕਸ ਕਰਾਂਗੇ ਕੋਮਲ ਜੀ ਦੇ ਨਾਲ। ਅਤੇ ਕੋਮਲ ਜੀ, ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਕਿ ਤੁਸੀਂ ਅੱਜ ਜਿਹੜਾ ਹੈ ਈਜ਼ੀਵੇ ਦੇ ਆਫਿਸ ਆਏ ਅਤੇ ਅਸੀਂ ਜਿਹੜਾ ਤੁਸੀਂ ਸਾਡੇ ਨਾਲ ਡਿਸਕਸ ਕਰ ਰਹੇ ਹੋ। ਅਤੇ ਮੈਂ ਅੱਗੇ ਪੁੱਛਾਂਗਾ ਕਿ ਦੇਖੋ, ਜਿਹੜੇ ਵੀ ਸਟੂਡੈਂਟਸ ਜਾਣਾ ਚਾਹੁੰਦੇ ਨੇ ਲਾਈਜ਼ਨ ਦੇ ਵਿੱਚ, ਉਹਦੇ ਵਿੱਚ ਜਿਹੜਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਫਾਈਲ ਜਿਹੜਾ ਹੈ ਤੁਹਾਨੂੰ ਚਾਹੀਦਾ ਹੈ, ਜਾਂ ਕਿਸ ਤਰ੍ਹਾਂ ਦਾ ਸਟੂਡੈਂਟ ਜਿਹੜਾ ਹੈ ਲਾਈਜ਼ਨ ਕਾਲਜ ਵਿੱਚ ਅਪਲਾਈ ਕਰ ਸਕਦਾ ਹੈ। ਯੈਸ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ, ਐਂਡ ਥੈਂਕ ਯੂ ਵੈਰੀ ਮੱਚ ਈਜ਼ੀਵੇ ਕੰਸਲਟੈਂਟਸ ਐਂਡ ਸਪੈਸ਼ਲੀ ਮਿਸਟਰ ਗੁਰਤੇਜ ਸਿੰਘ ਸੰਧੂ। ਐਂਡ ਸਰ, ਤੁਸੀਂ ਰੀਅਲੀ ਬਹੁਤ ਹੀ ਵਧੀਆ ਓਪਰਚੁਨਿਟੀ ਦਿੱਤੀ ਆ। ਅੱਜ ਆਪਾਂ ਸਟੂਡੈਂਟਸ ਦੇ ਨਾਲ ਗੱਲ ਕਰਨ ਜਾ ਰਹੇ ਹੈਗੇ ਆ ਲਾਈਜ਼ਨ ਕਾਲਜ ਬਰੈਂਪਟਨ ਕੈਂਪਸ ਦੇ ਵਿੱਚ। ਸੋ ਫਰਸਟਲੀ ਆਈ ਵਿਲ give you brief information regarding my college as well. So Laizon College existing from 1996, and we have a DLA approved college, and it's a private career college but have very good opportunities for students to settlement after completion of their study over there. So ਜੇ ਮੈਂ ਇੱਥੇ ਗੱਲ ਕਰਦੀ ਹੈਗੀ ਆ, ਜਿਸ ਤਰ੍ਹਾਂ ਸਰ ਨੇ ਪੁੱਛਿਆ ਕਿ ਕੀ ਕ੍ਰਾਈਟੀਰੀਆ ਹੈਗਾ ਆ ਲਾਈਜ਼ਨ ਕਾਲਜ ਦੇ ਵਿੱਚ ਐਪਲੀਕੇਸ਼ਨਸ ਅਪਲਾਈ ਕਰਨ ਦਾ। ਸੋ ਇੱਥੇ ਮੈਂ ਤੁਹਾਨੂੰ ਸਾਰੇ ਸਟੂਡੈਂਟਸ ਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ, ਜਿਹੜੇ ਸਟੂਡੈਂਟਸ ਗਵਰਨਮੈਂਟ ਕਾਲਜ ਦੇ ਵਿੱਚ ਜਾਂ ਪਬਲਿਕ ਕਾਲਜਿਸ ਜਿਹਨਾਂ ਨੂੰ ਆਪਾਂ ਕਹਿ ਲੈਂਦੇ ਹੈਗੇ, ਉਹਨਾਂ 'ਚ ਜੇ ਤੁਹਾਡੀ ਰਿਕੁਆਇਰਮੈਂਟ ਨਹੀਂ ਮੀਟ ਹੋ ਪਾ ਰਹੀ ਤਾਂ ਤੁਸੀਂ ਪ੍ਰਾਈਵੇਟ ਕਰੀਅਰ ਕਾਲਜ ਲਾਈਜ਼ਨ ਕਾਲਜ ਬਰੈਂਪਟਨ ਕੈਂਪਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਇਟਸ ਅ ਪ੍ਰਾਈਵੇਟ career college but providing all the courses, job oriented courses. ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਇਹ ਜਿਹੜਾ ਹੈ ਜੋਬ ਓਰੀਐਂਟਡ ਕਾਲਜ ਹੈਗਾ ਹੈ, ਅਤੇ ਦੂਸਰੀ ਜਿਸ ਤਰ੍ਹਾਂ ਇਹਨਾਂ ਲੋਕੇਸ਼ਨ ਦੱਸੀ ਹੈ ਕਿ ਬਰੈਂਪਟਨ ਦੇ ਵਿੱਚ ਹੈਗਾ ਹੈ, ਐਂਡ ਇਹ ਜਿਹੜਾ ਟੋਰਾਂਟੋ ਦੇਖੋ ਹਰ ਇੱਕ ਦਾ ਪਹਿਲਾਂ ਸਾਡੇ ਕੋਲ ਜਿੰਨੀਆਂ ਵੀ ਕਾਲਸ ਆਉਂਦੀਆਂ ਨੇ ਅਤੇ ਮੈਕਸੀਮਮ ਸਟੂਡੈਂਟਸ ਦੀ ਇਹ ਰਿਕੁਆਇਰਮੈਂਟ ਹੁੰਦੀ ਹੈ ਕਿ ਜੀ ਅਸੀਂ ਟੋਰਾਂਟੋ ਜਾਣਾ ਹੈ। ਤਾਂ ਟੋਰਾਂਟੋ ਦੇ ਮੇਰੇ ਖਿਆਲ ਜ਼ਿਆਦਾ ਦੂਰ ਨਹੀਂ ਹੈ, ਓਨਲੀ 30-40 ਕਿਲੋਮੀਟਰ ਦੇ ਕਰੀਬ ਹੈ। ਓਨਲੀ 30 ਮਿੰਟਸ ਡਿਸਟੈਂਸ ਬਾਈ ਕਾਰ। ਬਿਲਕੁਲ ਜੀ, ਜਿਸ ਤਰ੍ਹਾਂ ਮੈਮ ਤੁਹਾਨੂੰ ਦੱਸ ਰਹੇ ਸੀ ਕਿ ਅੱਗੇ ਕਿਸ ਤਰੀਕੇ ਦੇ ਤੁਹਾਨੂੰ ਕੀ ਰਿਕੁਆਇਰਮੈਂਟ ਹੈਗੀਆਂ ਨੇ, ਉਹਦੇ ਲਈ ਥੋੜ੍ਹਾ ਜਿਹਾ ਹੋਰ ਡਿਸਕ੍ਰਾਈਬ ਕਰਨਗੇ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਜਿਹੜਾ ਸਬਜੈਕਟਸ ਹੈਗੇ ਨੇ ਉਹ ਚਾਹੀਦੇ ਨੇ ਇਹਨਾਂ ਦੇ ਕੋਰਸਿਸ ਦੇ ਲਈ। ਐਵਰੀ ਸਟਰੀਮ ਸਟੂਡੈਂਟ ਕੈਨ ਅਪਲਾਈ ਦੇਅਰ ਐਪਲੀਕੇਸ਼ਨ ਇਨ ਲਾਈਜ਼ਨ ਕਾਲਜ। ਜੇ ਤੁਸੀਂ ਆਰਟਸ ਕੀਤੀ ਹੋਈ ਆ, ਤੁਹਾਡੇ ਲਈ ਮੇਰੇ ਕੋਲ ਬਹੁਤ ਹੀ ਅੱਛਾ ਕੋਰਸ ਹੈਗਾ ਆ ਕਲਨਰੀ ਆਰਟਸ ਐਂਡ ਹੌਸਪਿਟੈਲਿਟੀ ਦਾ। ਔਰ ਜੇ ਤੁਸੀਂ ਕਾਮਰਸ ਦੇ ਸਟੂਡੈਂਟ ਹੈਗੇ ਹੋ, ਸਟਿਲ ਯੂ ਕੈਨ ਅਪਲਾਈ ਇਨ ਲਾਈਜ਼ਨ ਕਾਲਜ। ਦੇਰ ਆਰ courses for you, business management and administration. And ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ, ਚਾਹੇ ਤੁਸੀਂ ਕਿਸੇ ਵੀ ਸਟਰੀਮ ਤੋਂ ਕੀਤੀ ਹੋਈ ਆ, still you can apply in PG diploma in project management, that is totally job oriented course. So ਜਿਸ ਤਰ੍ਹਾਂ ਸਰ ਨੇ ਪੁੱਛਿਆ ਕਿ ਕੀ ਕ੍ਰਾਈਟੀਰੀਆ ਹੈਗਾ ਆ ਸਾਡੇ ਕਾਲਜ ਦੇ ਵਿੱਚ ਅਪਲਾਈ ਕਰਨ ਦਾ, ਔਰ ਕੀ ਰਿਕੁਆਇਰਮੈਂਟਸ ਹੈਗੀਆਂ ਨੇ ਅਪਲਾਈ ਕਰਨ ਦੀਆਂ। ਸੋ ਰਿਕੁਆਇਰਮੈਂਟਸ ਦੀ ਜੇ ਮੈਂ ਗੱਲ ਕਰਦੀ ਹਾਂ ਗੁਰਤੇਜ ਜੀ, ਤਾਂ ਇੱਥੇ ਮੈਂ ਸਟੂਡੈਂਟਸ ਨੂੰ ਇਹ ਦੱਸਣਾ ਚਾਹਾਂਗੀ ਕਿ ਅਸੀਂ 50% ਓਵਰਆਲ ਪਰਸੈਂਟੇਜ ਜਿਹੜੀ ਹੈ ਉਹ ਅਸੈਪਟ ਕਰ ਰਹੇ ਹਾਂ। ਐਂਡ ਜੇ ਮੈਂ ਅਕੈਡਮਿਕਸ ਦੀ ਗੱਲ ਕਰਦੀ ਹੈਗੀ ਹਾਂ, ਤਾਂ ਜੇ ਤੁਹਾਡੇ ਓਵਰਆਲ 50% ਹੈਗੇ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਮੈਂ IELTS ਟੈਸਟ ਦੀ ਗੱਲ ਕਰਦੀ ਹਾਂ ਤਾਂ 6 ਓਵਰਆਲ ਬੈਂਡ ਸਕੋਰ ਐਂਡ 5.5 ਇਨ ਈਚ ਮੋਡਿਊਲ ਰਿਕੁਆਇਰ ਨੇ। ਸੋ ਜਿਨ੍ਹਾਂ ਸਟੂਡੈਂਟਸ ਦੇ ਓਵਰਆਲ 50 ਹੈਗੇ ਆ ਔਰ 5.5 ਇਨ ਐਨੀ 2 ਮੋਡਿਊਲਸ ਹੈਗੇ ਆ, ਦੇ ਕੈਨ ਅਪਲਾਈ ਦੇਅਰ ਐਪਲੀਕੇਸ਼ਨਸ ਇਨ ਲਾਈਜ਼ਨ ਕਾਲਜ ਬਰੈਂਪਟਨ ਕੈਂਪਸ।
ਹਾਂ ਬਿਲਕੁਲ ਜੀ, ਜਿਵੇਂ ਤੁਸੀਂ ਦੱਸਿਆ ਕਿ ਦੇਖੋ ਜਿਹੜਾ ਪ੍ਰੋਫਾਈਲ ਹੈ ਬੇਸ਼ੱਕ ਤੁਹਾਡੇ 50% ਜਿਹੜੇ ਓਵਰਆਲ ਜੀ। ਹੈਗੇ ਨੇ, ਕਿਸੇ ਇੱਕ ਦੋ ਸਬਜੈਕਟ ਦੇ ਵਿੱਚੋਂ ਤੁਹਾਡੇ 40 ਦੀ ਲਾਈਨ ਵਿੱਚ ਵੀ ਹੈਗੇ ਨੇ, ਜੀ। ਤਾਂ ਵੀ ਜਿਹੜਾ ਹੈ ਜਿਸ ਤਰ੍ਹਾਂ ਦੱਸਿਆ ਮੈਮ ਨੇ ਕਿ ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਗਰ ਤੁਸੀਂ ਤੁਹਾਡੇ ਜਿਹੜਾ ਸਕੋਰ ਹੈਗਾ ਉਹ ਜ਼ਿਆਦਾ ਅੱਛਾ ਨਹੀਂ ਵੀ ਹੈਗਾ ਤਾਂ ਵੀ ਤੁਹਾਨੂੰ ਜਿਹੜਾ ਉੱਥੇ ਐਡਮਿਸ਼ਨ ਮਿਲ ਜਾਵੇਗੀ। ਇਸ ਦੇ ਨਾਲ ਨਾਲ ਮੈਂ ਡਿਸਕਸ ਕਰਾਂਗਾ ਮੈਮ ਤੋਂ ਕਿ ਜੇ ਕਈ ਇੱਦਾਂ ਦੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਦਾ ਗਵਰਨਮੈਂਟ ਕਾਲਜ ਦੇ ਵਿੱਚ ਜਿਵੇਂ ਰਿਫਿਊਜ਼ ਹੋ ਜਾਂਦਾ ਕਈ ਵਾਰੀ, ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਆਉਂਦੇ ਨੇ ਕਿ ਜੀ ਤੁਹਾਡਾ ਜਿਹੜਾ ਹੈ ਗਵਰਨਮੈਂਟ ਕਾਲਜ ਦੇ ਕੀ ਤੁਸੀਂ ਰਿਫਿਊਜ਼ਲ ਜਿਹੜੇ ਕੇਸਿਸ ਹੈਗੇ ਨੇ ਉਹਨਾਂ ਨੂੰ ਵੀ ਐਕਸੈਪਟ ਕਰਦੇ ਹੋ ਤੇ ਉਹਨਾਂ ਦੇ ਕੀ ਚਾਂਸਸ ਰਹਿੰਦੇ ਨੇ ਉੱਥੇ ਵੀਜ਼ਾ ਦੇ? ਜੇ ਮੈਂ ਇੱਥੇ ਰਿਫਿਊਜ਼ਲ ਕੇਸਿਸ ਦੀ ਗੱਲ ਕਰਦੀ ਹਾਂ ਤਾਂ ਮੇਰੇ ਕੋਲ ਮੈਕਸਿਮਮ ਸਟੂਡੈਂਟ ਜਿਹੜਾ ਸਰ ਭੇਜ ਚੁੱਕੇ ਹੈਗੇ ਆ, ਮੋਸਟਲੀ ਕੰਸਲਟੈਂਟਸ ਜਿਹੜੇ ਵੀ ਲਾਈਜ਼ਨ ਕਾਲਜ ਨਾਲ ਐਪਲੀਕੇਸ਼ਨਸ ਸ਼ੇਅਰ ਕਰ ਰਹੇ ਆ, ਔਰ ਉਹਨਾਂ ਦਾ ਰਿਫਿਊਜ਼ਲ ਕੇਸਿਸ ਦਾ ਸਕਸੈਸ ਰੇਟ ਬਹੁਤ ਅੱਛਾ ਰਿਹਾ ਆ। ਬਿਕੋਜ਼ ਲਾਈਜ਼ਨ ਕਾਲਜ ਇੱਕ ਪ੍ਰਾਈਵੇਟ ਕਰੀਅਰ ਕਾਲਜ ਜ਼ਰੂਰ ਹੈਗਾ, ਬਟ ਇਹਦਾ ਸਕਸੈਸ ਰੇਸ਼ੋ ਜਿਹੜਾ ਆ ਉਹ ਬਹੁਤ ਹੀ ਅੱਛਾ ਹੈਗਾ ਆ। ਵੀ ਗੋਟ ਰੀਅਲੀ 70% ਆਵਰ ਰਿਜ਼ਲਟ ਇਨ ਲਾਸਟ ਫਿਊ ਇਨਟੇਕਸ ਐਜ਼ ਵੈਲ। ਜੇ ਮੈਂ ਗੱਲ ਪੈਂਡੇਮਿਕ ਤੋਂ ਬਾਅਦ ਵੀ ਸਾਡੇ ਕੋਲ ਬਹੁਤ ਸਾਰੇ AIPs ਆਏ ਹੈਗੇ ਆ, ਐਂਡ ਸਟੂਡੈਂਟਸ ਉਹਦੇ ਵਿੱਚ ਮੋਸਟ ਆਫ ਦਾ ਸਟੂਡੈਂਟ ਜਿਹੜੇ ਸੀ ਸਰ ਉਹ ਰਿਫਿਊਜ਼ਲ ਐਪਲੀਕੇਸ਼ਨਸ ਵਾਲੇ ਸੀਗੇ। ਕਿਉਂਕਿ ਜੇ ਤੁਸੀਂ ਪਬਲਿਕ ਕਾਲਜ ਤੋਂ ਰਿਫਿਊਜ਼ ਹੋ ਜਾਂਦੇ ਹੋ, ਇਟ ਡਜ਼ਨਟ ਮੀਨ ਯੂ ਡੋਂਟ ਹੈਵ ਐਨੀ ਅਦਰ ਓਪਰਚੁਨਿਟੀ ਟੂ ਅਪਲਾਈ। ਯੂ ਕੈਨ ਅਪਲਾਈ ਯੂਰ ਐਪਲੀਕੇਸ਼ਨ ਇਨ ਵਿਦ ਜੋਬ ਓਰੀਐਂਟਿਡ ਪ੍ਰੋਗਰਾਮਸ। ਕਿਉਂਕਿ ਮੈਂ ਤੁਹਾਨੂੰ ਅੱਗੇ ਥੋੜ੍ਹੀ ਜਿਹੀ ਡਿਸਕ੍ਰਾਈਬ ਕਰਾਂਗੀ ਆਪਣੇ ਪ੍ਰੋਗਰਾਮਸ ਨੂੰ ਕਿ ਕਿਸ ਤਰ੍ਹਾਂ ਦੀ ਉਹ ਤੁਹਾਨੂੰ ਸਟੱਡੀ ਪ੍ਰੋਵਾਈਡ ਕਰਦੇ ਆ ਤੇ ਕਿਸ ਤਰੀਕੇ ਨਾਲ ਤੁਸੀਂ ਸੈਟਲਮੈਂਟ ਲੈ ਸਕਦੇ ਹੈਗੇ ਹੋ। ਬਿਲਕੁਲ ਜੀ, ਜਿਸ ਤਰ੍ਹਾਂ ਦੱਸਿਆ ਕੋਮਲ ਜੀ ਨੇ ਕਿ ਉਹਨਾਂ ਦਾ ਜਿਹੜਾ ਕਾਲਜ ਹੈ ਟੋਟਲੀ ਜੋਬ ਓਰੀਐਂਟਡ ਜਿਹੜਾ ਹੈ ਕੋਰਸਿਸ ਹੈਗੇ ਨੇ ਉਹਨਾਂ ਕੋਲ, ਜਿਹੜੇ ਡਿਫਰੈਂਟ ਉਹਨਾਂ ਨੇ ਕੋਰਸਿਸ ਦੱਸੇ ਨੇ। ਤੇ ਮੈਂ ਇਹ ਪੁੱਛਣਾ ਚਾਹਾਂਗਾ ਉਹਨਾਂ ਤੋਂ ਕਿ ਕਿਸ ਤਰੀਕੇ ਨਾਲ, ਦੇਖੋ ਸਾਡੇ ਕੋਲ ਬਹੁਤ ਜ਼ਿਆਦਾ ਸਟੂਡੈਂਟਸ ਦਾ ਕੁਐਸਚਨ ਇਹ ਹੁੰਦਾ ਹੈ ਕਿ ਜੀ ਮੈਂ ਆਫਟਰ ਕੰਪਲੀਟਿੰਗ ਮਾਈ ਕੋਰਸ ਇਨ ਪ੍ਰਾਈਵੇਟ ਕਾਲਜ ਮੈਂ ਕੀ ਕਰਾਂਗਾ, ਜਾਂ ਕਿਉਂਕਿ ਜਿਹੜਾ ਹੈ ਵਰਕ ਪਰਮਿਟ ਨਹੀਂ ਹੋਏਗਾ ਪ੍ਰਾਈਵੇਟ ਕਾਲਜ ਦੇ ਵਿੱਚ ਤਾਂ ਮੇਰਾ ਫਿਊਚਰ ਕੀ ਹੋਏਗਾ ਉੱਥੇ, ਉਹ ਬਹੁਤ ਵੱਡਾ ਡਰ ਹੈ। ਈਵਨ ਕਿ ਪੇਰੈਂਟਸ ਵੀ ਪੁੱਛਦੇ ਨੇ ਕਿ ਨਹੀਂ ਜੀ ਅਸੀਂ ਉਸ ਕਾਲਜ 'ਚ ਨਹੀਂ ਭੇਜਣਾ ਜਿੱਥੇ ਜਿਹੜਾ ਹੈ ਸਾਡਾ ਜਿਹੜਾ ਵਰਕ ਪਰਮਿਟ ਨਹੀਂ ਲੱਗੇਗਾ। ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਹੈ ਜੋਬ ਓਰੀਐਂਟਡ ਹੈਗੇ ਹੋ ਔਰ ਕਿਸ ਤਰ੍ਹਾਂ ਜਿਹੜਾ ਹੈ ਬੱਚੇ ਦਾ ਫਿਊਚਰ ਇਹ ਕਾਲਜ ਜਿਹੜਾ ਹੈ ਵਧੀਆ ਕਰਕੇ ਦੇਵੇਗਾ ਤੇ ਕਿਸ ਤਰ੍ਹਾਂ ਉਹ ਜਿਹੜਾ ਹੈ ਅੱਗੇ PR ਦੇ ਲਈ ਐਲੀਜੀਬਲ ਹੋਏਗਾ? ਬਿਲਕੁਲ ਸਰ, ਇੱਥੇ ਮੈਂ ਆਪਣੇ ਸਟੂਡੈਂਟਸ ਨੂੰ ਥੋੜ੍ਹੀ ਇਨਫੋਰਮੇਸ਼ਨ ਦੇਣਾ ਚਾਹੂੰਗੀ। ਜਿਸ ਤਰ੍ਹਾਂ ਕਿ ਗੁਰਤੇਜ ਜੀ ਨੇ ਪੁੱਛਿਆ ਕਿ ਪ੍ਰਾਈਵੇਟ ਕਰੀਅਰ ਕਾਲਜਿਸ ਦੇ ਵਿੱਚ ਜਿਹੜਾ ਹੈਗਾ ਆ ਬੱਚੇ ਆਪਣਾ ਫਿਊਚਰ ਸਿਕਿਉਰ ਨਹੀਂ ਸਮਝਦੇ। ਬਿਕੋਜ਼ ਜੇ ਤੁਸੀਂ ਮੈਂ ਕਹੂੰਗੀ ਕਿ ਸਕਿਲਡ ਬੇਸਡ ਡਿਪਲੋਮਾਸ ਦੇ ਵਿੱਚ ਨਹੀਂ ਜਾ ਰਹੇ ਤਾਂ ਤੁਹਾਡੇ ਲਈ ਅੱਛੀਆਂ ਓਪਰਚੁਨਿਟੀਜ਼ ਨਹੀਂ ਹੈਗੀਆਂ। ਬਿਕੋਜ਼ ਜੇ ਤੁਸੀਂ ਡਾਇਰੈਕਟਲੀ ਵਰਕ ਪਰਮਿਟ ਵੀ ਆਪਣਾ ਅਪਲਾਈ ਕਰਨਾ ਚਾਹੋ ਤਾਂ ਜੇ ਤੁਹਾਡੇ ਕੋਲ ਕੋਈ ਸਕਿੱਲ ਨਹੀਂ ਹੈਗੀ ਜਾਂ ਕੋਈ ਸਰਟੀਫਿਕੇਸ਼ਨ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਤਾਂ ਤੁਸੀਂ ਅਪਲਾਈ ਨਹੀਂ ਕਰ ਪਾਓਗੇ। ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਡਾ most of the like students ਜਿਹੜੇ ਆ they get the refusals, ਠੀਕ ਹੈ। ਸੋ ਜੇ ਮੈਂ ਇੱਥੇ ਗੱਲ ਕਰਦੀ ਹਾਂ ਲਾਈਜ਼ਨ ਦੇ ਦੁਆਰਾ ਜਿਹੜੇ ਕੋਰਸਿਸ ਪ੍ਰੋਵਾਈਡ ਕੀਤੇ ਜਾ ਰਹੇ ਆ, ਤਾਂ ਸਭ ਤੋਂ ਪਹਿਲਾਂ ਮੈਂ ਇੱਥੇ ਗੱਲ ਕਰਾਂਗੀ ਉਹ ਸਟੂਡੈਂਟਸ ਦੇ ਲਈ ਜਿਨ੍ਹਾਂ ਨੇ ਸਟੱਡੀ ਆਰਟਸ ਦੇ ਵਿੱਚ ਕੀਤੀ ਹੋਈ ਆ ਔਰ ਜਿਹੜੇ ਕਲਨਰੀ ਆਰਟਸ ਔਰ ਹੌਸਪਿਟੈਲਿਟੀ ਇੰਡਸਟਰੀਅਲ ਪ੍ਰੋਗਰਾਮਸ ਨੂੰ ਪੜ੍ਹਨਾ ਚਾਹੁੰਦੇ ਆ। ਸੋ ਇਹਦੇ ਵਿੱਚ ਸਾਡੇ ਕੋਲ ਜਿਹੜੀ ਸਟੱਡੀ ਹੈਗੀ ਆ ਸਰ ਉਹ 2 years ਦੀ ਸਟੱਡੀ ਆ। ਡਿਊਰੇਸ਼ਨ ਜਿਹੜੀ ਕੋਰਸ ਦੀ ਉਹ 2 year ਆ, ਬਟ ਇਹਦੇ ਵਿੱਚ ਮੈਂ ਸਟੂਡੈਂਟਸ ਨੂੰ ਦੱਸ ਦੇਣਾ ਚਾਹਾਂਗੀ ਕਿ 1.5 year ਸਟੱਡੀ ਕਰਨ ਤੋਂ ਬਾਅਦ ਵਿੱਚ ਤੁਹਾਡੀ 6 months ਦੀ ਪੇਡ ਇੰਟਰਨਸ਼ਿਪ ਲੱਗਦੀ ਹੈ। ਸੋ ਪੇਡ ਇੰਟਰਨਸ਼ਿਪ ਜਦੋਂ ਤੁਹਾਡੀ ਲੱਗਦੀ ਆ ਯੂ ਆਲਰੇਡੀ ਹੈਵ ਅ ਸਕਿੱਲ ਫਸਟ ਐਂਡ ਦੈਨ ਯੂ ਆਲਰੇਡੀ ਹੈਵ ਅ ਟ੍ਰੇਨਿੰਗ ਸਰਟੀਫਿਕੇਸ਼ਨ ਐਜ਼ ਵੈਲ, ਠੀਕ ਹੈ। ਔਰ ਉਸ ਤੋਂ ਬਾਅਦ ਵਿੱਚ ਲਾਈਜ਼ਨ ਕਾਲਜ ਨੇ ਇੱਕ ਸਰਵਿਸ ਸ਼ੁਰੂ ਕੀਤੀ ਹੈ ਦੈਟ ਇਜ਼ ਕਾਲਡ ਕੇਪਸ, ਜਿਹਨੂੰ ਅਸੀਂ ਕਹਿੰਦੇ ਆ ਕਰੀਅਰ ਐਕਸ਼ਨ ਪਲਾਨ ਸਰਵਿਸ। ਸੋ ਇਹਦੇ ਰਾਹੀਂ ਅਸੀਂ ਸਾਰੇ ਆਪਣੇ ਸਟੂਡੈਂਟਸ ਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਕਿਸ ਤਰੀਕੇ ਨਾਲ ਜੌਬਸ ਅਪਲਾਈ ਕਰ ਸਕਦੇ ਹੋ, ਵਾਟ ਆਰ ਦਾ ਰਿਕੁਆਇਰਮੈਂਟਸ ਇਨ ਕੈਨੇਡਾ ਟੂ ਅਪਲਾਈ ਜੌਬਸ ਐਂਡ ਹਾਊ ਟੂ ਪ੍ਰੀਪੇਅਰ ਯੂਰ CV, ਹਾਊ ਟੂ ਗੈਟ ਰੈਡੀ ਫॉर the jobs। so ਉਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਸਟੂਡੈਂਟਸ ਨੂੰ ਪ੍ਰੋਵਾਈਡ ਕੀਤੀ ਜਾਂਦੀ ਆ ਐਂਡ ਸਟੂਡੈਂਟਸ ਕੈਨ ਅਪਲਾਈ ਡਾਇਰੈਕਟਲੀ ਫॉर the jobs as well, and even they can promote their study after, if they want to they can promote their study as well, but still they will have very good opportunities also। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵੀ ਜਿਹੜਾ ਤੁਸੀਂ ਇਹ ਸਾਰੇ ਜੌਬ ਓਰੀਐਂਟਡ ਪ੍ਰੋਗਰਾਮ ਦੇ ਰਹੇ ਹੋ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 2 year ਦੇ ਤੋਂ ਬਾਅਦ ਜਿਹੜਾ ਹੈ ਤੁਸੀਂ 6 month ਦੇ ਜਿਹੜੇ ਪੇਡ ਇੰਟਰਨਸ਼ਿਪ ਦੇ ਰਹੇ ਹੋ। ਤਾਂ ਪੇਡ ਇੰਟਰਨਸ਼ਿਪ ਦਾ ਪਹਿਲਾਂ ਤਾਂ ਮੈਂ ਸਾਰੇ ਸਟੂਡੈਂਟ ਨੂੰ ਦੱਸ ਦਿਆਂਗਾ ਕਿ ਤੁਸੀਂ ਪੜ੍ਹਾਈ ਦੇ ਨਾਲ ਜਿਹੜਾ ਹੈ ਉਹ ਆਪਣਾ ਕਮਾ ਵੀ ਸਕਦੇ ਹੋ। ਜਿਹੜੀ ਪੇਡ ਇੰਟਰਨਸ਼ਿਪ ਹੋਏਗੀ ਉਹਦੇ ਵਿੱਚ ਤੁਸੀਂ ਅੱਛਾ ਜਿਹੜਾ ਅਰਨ ਕਰ ਸਕਦੇ ਹੋ, ਈਵਨ ਕਿ ਤੁਸੀਂ ਅੱਛੇ ਰਿਲੇਸ਼ਨ ਬਣਾ ਸਕਦੇ ਹੋ ਉਸ ਹੋਟਲ ਦੇ ਨਾਲ, ਉਸ ਰੈਸਟੋਰੈਂਟ ਦੇ ਨਾਲ ਜਿੱਥੇ ਵੀ ਤੁਸੀਂ ਉਹ ਇੰਟਰਨਸ਼ਿਪ ਕਰ ਰਹੇ ਹੋ। ਤਾਂ ਹੋ
ਸਕਦਾ ਹੈ ਤੁਹਾਨੂੰ ਉਹੀ ਰੈਸਟੋਰੈਂਟ ਜਿਹੜਾ ਹੈ ਉਹ ਜੌਬ ਦੇ ਦੇਵੇ ਔਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਵਰਕ ਪਰਮਿਟ ਜਿਹੜਾ ਲੱਗ ਜਾਵੇ। ਤਾਂ ਮੈਂ ਥੋੜ੍ਹੀ ਜਿਹੀ ਇੱਥੇ ਤੁਹਾਡੇ ਤੋਂ ਜਾਣਕਾਰੀ ਲਵਾਂਗਾ ਕਿ ਅਗਰ ਕੋਈ ਬੱਚਾ ਤੁਹਾਡੇ ਕੋਲ ਜੌਬ ਓਰੀਐਂਟਡ ਪ੍ਰੋਗਰਾਮ ਕਰ ਰਿਹਾ ਹੈ ਤਾਂ ਅਗਰ ਉਹਨੂੰ ਉਸ ਤੋਂ ਬਾਅਦ ਜੌਬ ਮਿਲਦੀ ਆ ਤਾਂ ਉਸ ਜੌਬ ਤੋਂ ਬਾਅਦ ਉਹ ਕਿਸ ਤਰ੍ਹਾਂ ਆਪਣਾ ਜਿਹੜਾ ਫਿਊਚਰ ਅੱਗੇ ਵਧੀਆ ਕਰ ਸਕਦਾ ਹੈ। ਬਿਲਕੁਲ ਸਰ, ਜਦੋਂ ਸਟੂਡੈਂਟ ਡਾਇਰੈਕਟਲੀ ਅਪਲਾਈ ਕਰਦੇ ਹੈਗੇ ਆਪਣੇ ਵਰਕ ਪਰਮਿਟ ਦੇ ਲਈ, ਔਰ ਵਰਕ ਪਰਮਿਟ ਦੇ ਲਈ ਜਦੋਂ ਅਪਲਾਈ ਕਰਦੇ ਆ, ਜੇ ਉਹ ਸਕਿਲਡ ਬੇਸਡ ਡਿਪਲੋਮਾ ਕਰਕੇ ਅਪਲਾਈ ਕਰਦੇ ਹੈਗੇ ਆ ਤਾਂ ਉਹ ਸਟੂਡੈਂਟਸ ਨੂੰ ਅੱਗੇ ਗੁੱਡ ਓਪਰਚੁਨਿਟੀਜ਼ ਮਿਲ ਜਾਂਦੀਆਂ ਹੈ। ਸਪੋਜ਼ ਜੇ ਉਹ ਸਟੂਡੈਂਟ ਨੇ ਵਰਕ ਪਰਮਿਟ ਉਹਨੂੰ ਇੱਕ ਵਾਰ ਮਿਲ ਗਿਆ ਤਾਂ ਦੈਟ ਇਜ਼ ਐਕਸਟੈਂਡੇਬਲ। ਠੀਕ ਹੈ, ਸੋ ਉਹ ਅੱਗੇ ਐਕਸਟੈਂਡ ਹੁੰਦਾ ਰਹਿੰਦਾ ਈਅਰ ਬਾਈ ਈਅਰਸ, ਜਿਸ ਤਰ੍ਹਾਂ ਬਿਕੋਜ਼ ਦੈਟ ਇਜ਼ ਦਾ ਰਿਕੁਆਇਰਮੈਂਟ ਆਫ ਦਾ ਰੈਸਟੋਰੈਂਟ ਔਰ ਅ ਹੋਟਲ ਵੇਅਰ ਦੇ ਆਰ ਵਰਕਿੰਗ। ਠੀਕ ਹੈ, ਸੋ ਦੇ ਇਵਨ ਗਿਵ ਦਾ ਪ੍ਰੈਫਰੈਂਸ ਟੂ ਦੋਜ਼ ਸਟੂਡੈਂਟਸ ਬਿਕੋਜ਼ ਜੇ ਮੈਂ ਗੱਲ ਕਰਦੀ ਹਾਂ ਨਾ ਆਪਣੇ ਬਰੈਂਪਟਨ ਕੈਂਪਸ ਲਾਈਜ਼ਨ ਕਾਲਜ ਦੀ, ਤਾਂ ਸਾਰਾ ਜਿਹੜਾ ਸਾਡੇ ਕੋਲ ਸਟਾਫ ਹੈਗਾ ਆ, ਵੀ ਹੈਵ ਕੈਨੇਡਾਸ ਬੈਸਟ ਸ਼ੈਫਸ ਇਨ ਆਵਰ ਕਾਲਜ। ਸੋ ਜਿਹੜੇ ਸਾਡੇ ਬੈਸਟ ਸ਼ੈਫਸ ਹੈਗੇ ਆ ਉਹ ਬੜੇ ਹੀ ਅੱਛੇ ਤਰੀਕੇ ਨਾਲ ਜਿਹੜੇ ਹੈਗੇ ਆ ਉਹ ਫਿਊਚਰ ਸ਼ੈਫਸ ਨੂੰ ਕ੍ਰੀਏਟ ਕਰਦੇ ਆ। ਸੋ ਉਹ ਸਟੱਡੀ ਜਿਹੜੀ ਹੈਗੀ ਆ ਉਹ ਹਰ ਕੋਈ ਪ੍ਰੈਫਰ ਕਰਦਾ ਹੈ, ਇਵਨ ਇਨ ਕੈਨੇਡਾ ਔਰ ਆਊਟਸਾਈਡ ਅਦਰ ਕੰਟਰੀਜ਼ ਆਲਸੋ, ਬਿਕੋਜ਼ ਵੀ ਆਰ ਫੇਮਸ ਫॉर culinary ਐਂਡ ਹੌਸਪਿਟੈਲਿਟੀ, ਰਾਈਟ। ਸੋ ਉਹਨਾਂ ਦੀ ਇਹ ਅੱਛੀ ਓਪਰਚੁਨਿਟੀ ਆ ਔਰ ਉਹਨਾਂ ਦਾ ਵਰਕ ਪਰਮਿਟ ਜਿਹੜਾ ਆ ਉਹ ਐਕਸਟੈਂਡੇਬਲ ਹੁੰਦਾ ਆ। ਹਾਂ ਬਿਲਕੁਲ ਜੀ, ਮੈਂ ਦੱਸਣਾ ਚਾਹਾਂਗਾ ਕਿ ਦੇਖੋ ਇਹ ਗਰੰਟੀ ਨਹੀਂ ਹੈ ਕਿ ਅਗਰ ਤੁਸੀਂ ਕੋਈ ਗਵਰਨਮੈਂਟ ਕਾਲਜ ਲੈ ਲਿਆ ਉਸ ਤੋਂ ਬਾਅਦ ਜਿਹੜਾ ਤੁਹਾਨੂੰ 2 ਈਅਰ ਵਰਕ ਪਰਮਿਟ ਮਿਲ ਗਿਆ, ਉਸ ਵਰਕ ਪਰਮਿਟ ਦੇ ਵਿੱਚ ਤੁਸੀਂ ਕੀ ਕੀਤਾ, ਉਸ ਵਰਕ ਪਰਮਿਟ ਦੇ ਵਿੱਚ ਤੁਸੀਂ ਹੋ ਸਕਦਾ ਹੈ ਕਲੀਨਿੰਗ ਕੀਤੀ, ਤੁਸੀਂ ਹੋ ਸਕਦਾ ਹੈ ਦੇਖੋ ਅਗਰ ਤੁਸੀਂ ਆਪਣੀ ਰਿਲੇਟਡ ਟੂ ਯੂਅਰ ਲਾਸਟ ਪ੍ਰੋਗਰਾਮ, ਇਟ ਮੀਨਸ ਕਿ ਅਗਰ ਤੁਸੀਂ ਜੋ ਵੀ ਬਿਜ਼ਨਸ ਦੇ ਰਿਲੇਟਡ ਪ੍ਰੋਗਰਾਮ ਲਿਆ ਹੈ ਜਾਂ ਤੁਸੀਂ ਕੋਈ ਹੌਸਪਿਟੈਲਿਟੀ ਲਿਆ ਹੈ, ਅਗਰ ਉਸ ਨਾਲ ਰਿਲੇਟਡ ਤੁਸੀਂ ਜੌਬ ਨਹੀਂ ਲੈ ਰਹੇ ਹੋ, ਬੇਸ਼ੱਕ ਤੁਹਾਡਾ ਉਹ ਗਵਰਨਮੈਂਟ ਕਾਲਜ ਹੈ, ਤਾਂ ਵੀ ਤੁਹਾਨੂੰ ਪੀਆਰ ਦੇ ਵਿੱਚ ਦਿੱਕਤ ਆਏਗੀ। ਇਹ ਤਾਂ ਮੈਂ ਕਹਾਂਗਾ ਕਿ ਲਾਈਜ਼ਨ ਕਾਲਜ ਦੀ ਇੱਕ ਬਹੁਤ ਹੀ ਵਧੀਆ ਪਹਿਲ ਹੈਗੀ ਆ ਕਿ ਉਹ ਸੇਮ ਕੋਰਸ ਦੇ ਵਿੱਚ ਤੁਹਾਨੂੰ ਜਿਹੜਾ ਹੈ ਇੱਕ ਜੌਬ ਦੀ ਓਪਰਚੁਨਿਟੀ ਦੇ ਰਿਹਾ ਹੈ ਕਿ ਤੁਸੀਂ ਅਗਰ ਹੌਸਪਿਟੈਲਿਟੀ ਕੀਤੀ ਹੈ ਜਾਂ ਕਲਨਰੀ ਕੀਤੀ ਹੈ ਤਾਂ ਤੁਸੀਂ ਉਸ ਤੋਂ ਬਾਅਦ ਸੇਮ ਰੈਸਟੋਰੈਂਟ ਦੇ ਵਿੱਚ ਜੌਬ ਕਰ ਸਕਦੇ ਹੋ। ਔਰ ਉਹ 2 ਈਅਰ ਕੰਪਲੀਟ ਤੋਂ ਹੋਣ ਤੋਂ ਬਾਅਦ ਜਿਹੜੇ ਤੁਹਾਡੇ ਆਲਰੇਡੀ ਪੁਆਇੰਟ ਜਿਹੜੇ ਹੈਗੇ ਨੇ ਮੇਰੇ ਖਿਆਲ 'ਚ ਪੀਆਰ ਦੇ ਪੂਰੇ ਹੋ ਜਾਂਦੇ ਨੇ ਤੇ ਤੁਹਾਨੂੰ ਜਿਹੜਾ ਹੈ ਕੋਈ ਦਿੱਕਤ ਨਹੀਂ ਆਉਂਦੀ ਐਂਡ ਤੁਸੀਂ ਜਿਹੜਾ ਹੈ ਆਪਣਾ ਆਰਾਮ ਨਾਲ ਜਿਹੜਾ ਹੈ ਆਪਣਾ ਅੱਗੇ ਵਾਲੀ ਲਾਈਫ ਜਿਹੜੀ ਉਹਨੂੰ ਸਿਕਿਉਰ ਕਰ ਸਕਦੇ ਹੋ। ਤਾਂ ਮੈਂ ਇਹਦੇ ਨਾਲ ਇੱਕ ਚੀਜ਼ ਹੋਰ ਜਾਣਨੀ ਚਾਹਾਂਗਾ ਕਿ ਮੈਂ ਜਿਵੇਂ ਕਿ ਤੁਸੀਂ ਮੈਨੂੰ ਪਿੱਛੇ ਦੱਸਿਆ ਸੀ ਕਿ ਤੁਸੀਂ ਜਿਹੜਾ ਇੱਕ ਹੋਰ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਹੜਾ ਕਿ ਟਰੱਕ ਡਰਾਈਵਿੰਗ ਲਾਇਸੈਂਸ ਦਾ ਹੈਗਾ ਕੁਝ, ਉਹਦੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਚਾਹਾਂਗਾ ਕਿ ਸਾਡੇ ਜਿਹੜੇ ਸਟੂਡੈਂਟ ਨੇ ਉਹਦਾ ਕਿਸ ਤਰ੍ਹਾਂ ਬੈਨੀਫਿਟ ਲੈ ਸਕਦੇ ਨੇ ਜਾਂ ਉਹ ਕਿਸ ਤਰ੍ਹਾਂ ਜਿਹੜਾ ਹੈ ਉਹ ਕਦੋਂ ਪ੍ਰੋਗਰਾਮ ਉਹ ਸ਼ੁਰੂ ਕਰ ਸਕਦੇ ਨੇ। ਬਿਲਕੁਲ ਸਰ, ਮੈਂ ਇਹਦੇ ਬਾਰੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਜਿਹੜੀ ਉਹ ਪ੍ਰੋਵਾਈਡ ਕਰਾਂਗੇ। ਇੱਥੇ ਮੈਂ ਸਟੂਡੈਂਟਸ ਨੂੰ ਇਹ ਗੱਲ ਦੱਸ ਦੇਣਾ ਚਾਹੁੰਦੀ ਹਾਂ, ਜਿਸ ਤਰ੍ਹਾਂ ਸਾਡੇ ਬਹੁਤ ਹੀ ਸਾਰੇ ਸਟੂਡੈਂਟ ਹੁੰਦੇ ਆ ਜਿਨ੍ਹਾਂ ਦਾ ਇੱਕ ਸ਼ੌਂਕ ਕਹਿ ਲਓ ਜਾਂ ਉਹਨਾਂ ਦੇ ਇੱਕ ਕਹਿ ਲਓ ਕਿ ਰਿਕੁਆਇਰਮੈਂਟ ਵੀ ਕਹਿ ਸਕਦੇ ਹਾਂ ਆਪਾਂ, ਕਿ ਉਹ ਕਹਿੰਦੇ ਆ ਕਿ ਅਸੀਂ ਗੁੱਡ ਮਨੀ ਵੀ ਅਰਨ ਕਰਦੇ ਹਾਂ ਟਰਾਂਸਪੋਰਟੇਸ਼ਨ ਦੇ ਵਿੱਚ ਐਂਡ ਵੀ ਆਰ ਫੇਮਸ ਆਲਸੋ ਇਨ ਟਰਾਂਸਪੋਰਟੇਸ਼ਨ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਵੀ ਆਰ ਫੇਮਸ ਫॉर ਆਵਰ ਐਗਰੀਕਲਚਰ ਲੈਂਡਸ ਐਂਡ ਜੇ ਆਪਾਂ ਫੋਰਨ ਦੀ ਗੱਲ ਕਰੀਏ ਤਾਂ ਵੀ ਆਰ ਫੇਮਸ ਫॉर ਟਰਾਂਸਪੋਰਟੇਸ਼ਨ। ਸੋ ਸਟੂਡੈਂਟਸ ਦਾ ਇਹ ਪੰਜਾਬੀਆਂ ਦਾ ਸਾਡਾ ਇੱਕ ਸ਼ੌਂਕ ਵੀ ਹੈਗਾ ਆ ਕਿ ਅਸੀਂ ਟਰੱਕ ਡਰਾਈਵਰ ਬਣਨਾ ਆ ਜਾਂ ਅਸੀਂ ਟਰਾਂਸਪੋਰਟੇਸ਼ਨ ਦਾ ਬਿਜ਼ਨਸ ਕਰਨਾ ਆ ਓਵਰ ਦੇਅਰ, ਰਾਈਟ। ਸੋ ਲਾਈਜ਼ਨ ਕਾਲਜ ਨੇ ਇੱਕ ਬਹੁਤ ਅੱਛੀ ਓਪਰਚੁਨਿਟੀ ਪ੍ਰੋਵਾਈਡ ਕੀਤੀ ਹੈ ਕਿ ਜਿਹੜੇ ਸਟੂਡੈਂਟ ਸਾਡੇ ਕੋਲ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਵਿੱਚ ਸਰਟੀਫਿਕੇਸ਼ਨ ਜਿਹੜੀ ਹੈ ਉਹ ਲੈ ਸਕਦੇ ਹੈਗੇ ਆ, ਉਹ ਸਰਟੀਫਿਕੇਸ਼ਨ ਕੋਰਸ ਜੁਆਇਨ ਕਰ ਸਕਦੇ ਆ ਦੈਟ ਇਜ਼ ਟੋਟਲੀ ਰੈਲੇਵੈਂਟ ਟੂ ਟਰਾਂਸਪੋਰਟੇਸ਼ਨ ਕੋਰਸ। ਉਹਦੇ ਵਿੱਚ ਅਸੀਂ ਤੁਹਾਨੂੰ ਹਾਊ ਟੂ ਪ੍ਰੀਪੇਅਰ ਯੂਰ ਸੈਲਫ ਫॉर द ਲਾਇਸੈਂਸ ਐਂਡ ਵੀ ਵਿਲ ਪ੍ਰੋਵਾਈਡ ਯੂ all the training as a truck driver how to prepare for the license। ਸੋ ਇਹਦੇ ਵਿੱਚ ਤੁਹਾਨੂੰ ਸਾਰੀ ਟ੍ਰੇਨਿੰਗ ਜਿਹੜੀ ਹੈ ਉਹ ਪ੍ਰੈਕਟੀਕਲ ਐਂਡ ਥਿਓਰੈਟੀਕਲ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਐਂਡ ਯੂ ਵਿਲ ਹੈਵ ਗ੍ਰੇਟ ਓਪਰਚੁਨਿਟੀ। ਐਂਡ ਇਸ ਦੇ ਨਾਲ ਹੀ ਗੁਰਤੇਜ ਜੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦੀ ਹਾਂ ਇੱਥੇ, ਵੀ ਆਰ ਆਲਸੋ ਨਾਓ ਸਰਟੀਫਾਈਡ ਟ੍ਰੇਨਿੰਗ ਸੈਂਟਰ ਫॉर Brazi as well। ਸੋ Brazi is a US's leading company for supply chain management ਐਂਡ ਜਿਹੜੇ ਵੀ ਸਟੂਡੈਂਟ ਆਪਣੀ ਸਟੱਡੀ ਜਿਹੜੀ ਹੈਗੀ ਆ ਉਹ ਕੰਪਲੀਟ ਕਰਕੇ ਐਂਡ ਨੈਕਸਟ ਜਿਹੜੇ ਹੈਗੇ ਆ ਉਹ Brazi ਦੀ ਸਰਟੀਫਿਕੇਸ਼ਨ ਲੈ ਕੇ ਡਾਇਰੈਕਟਲੀ ਜੌਬਸ ਦੇ ਲਈ ਅਪਲਾਈ ਕਰ ਸਕਦੇ ਆ। ਇਟਸ ਅ ਰੀਅਲੀ ਗੁੱਡ ਓਪਰਚੁਨਿਟੀ ਫॉर द students to apply directly for the jobs after get the Brazi certification from Lizen College। ਦੇਖੋ ਜੀ ਬਿਲਕੁਲ ਇਹ ਬਹੁਤ ਵਧੀਆ ਓਪਰਚੁਨਿਟੀ ਹੈਗੀ ਆ। ਸੈਕੰਡਲੀ ਮੈਂ ਗੱਲ ਕਰਾਂਗਾ ਜਿਹੜੀ ਗ੍ਰੈਜੂਏਟ ਸਟੂਡੈਂਟ ਦੀ ਤੁਸੀਂ ਹੁਣੇ ਗੱਲ ਕੀਤੀ ਹੈ, ਗ੍ਰੈਜੂਏਸ਼ਨ ਦੇ ਵਿੱਚ ਕੀ ਹੁੰਦਾ ਕਿ ਅਗਰ ਤੁਸੀਂ ਗਵਰਨਮੈਂਟ ਕਾਲਜ ਦੇ ਵਿੱਚ ਜਾਂਦੇ ਹੋ ਜਾਂ ਕਿਸੇ ਯੂਨੀਵਰਸਿਟੀ ਜਾਂਦੇ ਹੋ ਤਾਂ ਤੁਹਾਡੀ ਰਿਕੁਆਇਰਮੈਂਟ ਜਿਹੜੀ ਆਇਲਸ ਦੀ ਵੱਧ ਜਾਂਦੀ ਹੈ। ਤੁਸੀਂ ਘੱਟੋ ਘੱਟ ਓਵਰਆਲ 6.5 ਨੋਟ ਲੈਸ ਦੈਨ 5.5 ਦੀ ਰਿਕੁਆਇਰਮੈਂਟ ਤੁਹਾਡੀ ਹੋਣੀ ਜ਼ਰੂਰੀ ਹੈ। ਪਰ ਮੇਰੇ ਖਿਆਲ 'ਚ ਲਾਈਜ਼ਨ ਇੱਕ ਇੱਦਾਂ ਦਾ ਕਾਲਜ ਹੈਗਾ ਹੈ ਜਿਹੜਾ ਤੁਹਾਨੂੰ ਓਵਰਆਲ 6 ਨੋਟ ਲੈਸ ਦੈਨ 5.5 'ਤੇ ਤੁਹਾਨੂੰ ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਦੇ ਰਿਹਾ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈ ਜੌਬ ਦੇ ਲਈ ਵੀ ਇੱਕ ਸਿਕਿਉਰਿਟੀ ਦੇ ਰਿਹਾ ਹੈ ਕਿ ਤੁਹਾਨੂੰ ਅੱਗੇ ਜਿਹੜੀ
ਦਿੱਕਤ ਨਾ ਹੋਵੇ। ਸੈਕੰਡਲੀ ਜਿਵੇਂ ਤੁਸੀਂ ਟਰੱਕ ਡਰਾਈਵਰ ਦਾ ਦੱਸਿਆ, ਤੇ ਅਗਰ ਕੋਈ ਬੱਚਾ ਜਿਹੜਾ ਚਾਹੁੰਦਾ ਹੈ ਕਿ ਉਹ ਆਪਣਾ ਕਰੀਅਰ ਜਿਹੜਾ ਹੈ ਉਹ ਪ੍ਰੋਪਰ ਡਰਾਈਵਿੰਗ ਦੇ ਵਿੱਚ ਬਣਾਉਣਾ ਚਾਹੁੰਦਾ ਹੈ, ਕਿਉਂਕਿ ਮੈਂ ਦੇਖਿਆ ਕਿ ਮੈਂ 1-2 ਵਾਰੀ ਜਦੋਂ ਵੀ ਅਸੀਂ ਫੋਰਨ ਜਾਂਦੇ ਹਾਂ ਜਾਂ ਮੈਂ ਆਸਟ੍ਰੇਲੀਆ ਗਿਆ ਹਾਂ ਜਾਂ ਕਿਤੇ ਵੀ ਅਸੀਂ ਗਏ ਹਾਂ, ਤਾਂ ਬਹੁਤ ਮੈਨੂੰ ਇੱਦਾਂ ਦੇ ਸਟੂਡੈਂਟ ਮਿਲਦੇ ਨੇ ਜਿਹੜੇ ਡਰਾਈਵਿੰਗ ਦਾ ਸ਼ੌਂਕ ਰੱਖਦੇ ਨੇ। ਕੋਈ ਟੈਕਸੀ ਡਰਾਈਵਰ ਹੈ, ਕੋਈ ਟਰੱਕ ਡਰਾਈਵਰ ਹੈ, ਐਂਡ ਦੇ ਆਰ ਵੈਰੀ ਸੈਟਿਸਫਾਈਡ, ਕਿਉਂਕਿ ਉਹਨਾਂ ਨੂੰ ਉਹ ਬੜੇ ਸ਼ੌਂਕ ਨਾਲ ਕਰਦੇ ਨੇ, ਤਾਂ ਉਹ ਅਰਨ ਵੀ ਬਹੁਤ ਅੱਛਾ ਕਰਦੇ ਨੇ। ਤਾਂ ਇਹ ਇੱਕ ਬਹੁਤ ਵਧੀਆ ਓਪਰਚੁਨਿਟੀ ਹੋ ਸਕਦੀ ਹੈ ਉਹਨਾਂ ਸਟੂਡੈਂਟ ਲਈ ਜਿਨ੍ਹਾਂ ਦਾ ਇਹ ਸ਼ੌਂਕ ਹੈਗਾ ਹੈ ਜਾਂ ਜਿਹੜੇ ਇਸ ਲਾਈਨ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਆ। ਤਾਂ ਮੈਂ ਤਾਂ ਕਹਾਂਗਾ ਕਿ ਅਗਰ ਤੁਸੀਂ ਬੇਸ਼ੱਕ ਤੁਸੀਂ 1 ਵਾਰੀ ਰਿਫਿਊਜ਼ ਹੋ ਜਾਂ 2 ਵਾਰੀ ਰਿਫਿਊਜ਼ ਹੋ, ਜਾਂ ਤੁਸੀਂ ਅਗਰ ਅਪਲਾਈ ਕਰਨਾ ਹੈ, ਤੁਹਾਨੂੰ ਕੋਈ ਦਿੱਕਤ ਆ ਰਹੀ ਹੈ, ਤਾਂ ਤੁਸੀਂ ਸਾਡੀ ਟੀਮ ਨਾਲ ਡਿਸਕਸ ਕਰ ਸਕਦੇ ਹੋ। ਤੁਹਾਨੂੰ ਲੈਜਨ ਦੇ ਪ੍ਰੋਪਰ ਜਿਹੜਾ ਹੈ ਕੰਪਲੀਟ ਜਾਣਕਾਰੀ ਮਿਲੇਗੀ, ਤੁਹਾਨੂੰ ਹਰ ਇੱਕ ਚੀਜ਼ ਦੱਸੀ ਜਾਏਗੀ ਕਿ ਕਿਸ ਤਰ੍ਹਾਂ ਜਿਹੜਾ ਹੈ ਤੁਸੀਂ ਆਪਣਾ ਜਿਹੜਾ ਆਫਰ ਲੈਟਰ ਲੈ ਸਕਦੇ ਹੋ। ਹਾਂਜੀ। Right, and in the end, I would like to say that Easy Way Consultants, they are our authorized business partner, and especially fee waiver will be there for you. So, ਜਿਹੜੇ ਵੀ student ਆਪਣੀ applications apply ਕਰਨਾ ਚਾਹੁੰਦੇ ਹੈਗੇ ਆ for January 2020 and March 2021 as well, so they can apply their applications with Easy Way Consultants, and they can get the opportunity to get a fee waiver from there. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪੂਜਾ ਭਾਰਦਵਾਜ ਈਜ਼ੀ ਵੇ ਕੰਸਲਟੈਂਸੀ ਤੋਂ। ਮੈਂ ਈਜ਼ੀ ਵੇ ਕੰਸਲਟੈਂਸੀ ਦੇ ਵਿੱਚ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਹਾਂ, ਅਤੇ ਮੈਂ ਕੈਨੇਡਾ ਅਤੇ ਆਸਟ੍ਰੇਲੀਆ ਦੇ ਵਿੱਚ ਡੀਲ ਕਰਦੀ ਹਾਂ, ਅਤੇ ਅਸੀਂ ਕਾਫੀ ਬੱਚਿਆਂ ਦਾ ਕਰੀਅਰ ਸਕਸੈਸਫੁਲ ਕਰ ਚੁੱਕੇ ਹਾਂ ਇਸ ਕੰਪਨੀ ਦੇ ਰਾਹੀਂ। ਸੋ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਅੱਜ ਕੱਲ੍ਹ ਸਾਰੇ ਬੱਚਿਆਂ ਦਾ ਕੁਐਸਚਨ ਹੁੰਦਾ ਹੈ ਕਿ ਅਸੀਂ ਗਵਰਨਮੈਂਟ ਕਾਲਜ ਦੇ ਵਿੱਚ ਜਾਣਾ ਹੈ ਅਤੇ ਉੱਥੇ ਸਾਨੂੰ ਵਰਕ ਪਰਮਿਟ ਮਿਲੇਗਾ, ਉੱਥੇ ਸਾਨੂੰ ਅੱਛੀ ਸਟੱਡੀ ਮਿਲੇਗੀ, ਪਰ ਸਾਰਿਆਂ ਦਾ ਇਹ ਪ੍ਰੋਬਲਮ ਹੁੰਦੀ ਹੈ ਕਿ ਉਹ ਪ੍ਰਾਈਵੇਟ ਕਾਲਜ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਠੀਕ ਹੈ, ਬਸ ਕਈ ਬੱਚੇ ਇੱਦਾਂ ਦੇ ਆ ਜਿਨ੍ਹਾਂ ਦੇ ਓਵਰਆਲ 6 ਬੈਂਡ ਹੁੰਦੇ ਹੈ ਅਤੇ ਇੱਕ 'ਚ 5.5 ਹੋ ਗਏ, ਉਹ ਗਵਰਨਮੈਂਟ ਕਾਲਜ ਡਾਇਰੈਕਟਲੀ ਅਪਲਾਈ ਨਹੀਂ ਕਰ ਸਕਦੇ, ਅਤੇ ਸਾਡੇ ਕੋਲ ਉਹਨਾਂ ਲਈ ਬਹੁਤ ਅੱਛੀ ਆਪਸ਼ਨ ਅਵੇਲੇਬਲ ਹੈ ਪ੍ਰਾਈਵੇਟ ਕਾਲਜ ਦੇ ਵਿੱਚ, ਜਿਹੜਾ ਕਿ ਕਾਲਜ ਹੈਗਾ ਕੈਡੀਆ ਕਾਲਜ, ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰੀ ਦੇ ਵਿੱਚ ਹੈਗਾ। ਅਤੇ ਅੱਜ ਸਾਡੇ ਨਾਲ ਹੈਗੇ ਕੋਮਲ ਸ਼ਰਮਾ ਮੈਮ, ਜਿਹੜੇ ਕਿ ਉਸ ਕਾਲਜ ਦੇ ਰਿਪਰੈਜ਼ੈਂਟੇਟਿਵ ਨੇ, ਅਤੇ ਮੈਂ ਤੁਹਾਨੂੰ ਉਹਨਾਂ ਨਾਲ ਇੰਟਰੋਡਿਊਸ ਕਰਵਾਉਣਾ ਚਾਹ ਰਹੀ ਹਾਂ। ਹਾਂਜੀ ਮੈਮ। Yes, so thank you very much, Pooja, and I'm really so glad today I'm with Easy Way Consultants, and I'm providing all the information to you. And as I visited Easy Way, I'm visiting Easy Way from last few years, and it's a really good consultancy. And Pooja, you are really doing good in Canada sector, and you have already completed the dream of many students to send them in Canada and Australia. So she's really very good counselor as well, and anyone wants to get any genuine information regarding Canada study visa or Australia, they can contact Miss Pooja. This is a special recommendation from my side, as she is really doing good in this sector. Thank you. Okay, so today I will talk about next college, that is Acadia College. So Acadia College भी मैं represent कर रही हैगी, and I am India manager in this also. So आज पूजा मैं ਤੁਹਾਨੂੰ सारी information provide करांगी which courses are available here and how students can apply their applications in Acadia College. So ਜਿਸ ਤਰ੍ਹਾਂ ਤੁਸੀਂ ਜਾਣਦੇ ਹੈਗੇ ਹੋ ਕਿ ਸਾਡੇ ਕੋਲ ਜਿਹੜੇ ਪ੍ਰੋਗਰਾਮਸ ਹੈਗੇ ਆ, ਐਂਡ ਕੁਝ ਸਟੂਡੈਂਟਸ ਹੈਗੇ ਆ ਜਿਨ੍ਹਾਂ ਦਾ ਸੁਪਨਾ ਹੁੰਦਾ ਆ ਕਿ ਪਾਇਲਟ ਬਣਨਾ, ਔਰ ਉਹ ਪਾਇਲਟ ਬਣਨਾ ਚਾਹੁੰਦੇ ਹੈਗੇ ਆ। ਸੋ ਮੈਨੂੰ ਇਹ ਕੁਐਰੀ ਜਿਹੜੀ ਹੈਗੀ ਆ ਬਹੁਤ ਟਾਈਮ ਤੋਂ ਆ ਰਹੀ ਹੈਗੀ ਆ, ਔਰ ਇਵਨ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਡਿਸਕਸ ਕਰ ਹੀ ਰਹੇ ਸੀਗੇ ਬਿਫੋਰ ਦਾ ਸ਼ੋ ਕਿ ਮੈਮ ਬਹੁਤ ਸਾਰੇ ਸਟੂਡੈਂਟ ਹੈਗੇ ਆ ਜਿਹੜੇ ਪਾਇਲਟ ਬਣਨਾ ਚਾਹੁੰਦੇ ਆ, ਬਟ ਡਿਊ ਟੂ ਫੀ ਸਟਰਕਚਰ ਦੇ ਕੈਨ ਨਾਟ ਜੁਆਇਨ ਦਾ ਕੋਰਸ, ਬਿਕੋਜ਼ ਉਹਨਾਂ ਨੂੰ ਕਿਸੇ ਹੱਦ ਤੱਕ ਇਹ ਲੱਗਦਾ ਕਿ ਇਹ ਕੋਰਸ ਬਹੁਤ ਮਹਿੰਗਾ ਹੈਗਾ ਆ। ਸੋ ਇੱਥੇ ਮੈਂ ਸਟੂਡੈਂਟਸ ਤੁਹਾਨੂੰ ਇਹ ਚੀਜ਼ ਦੱਸ ਦੇਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਜੇ ਤੁਸੀਂ ਇੰਡੀਆ ਦੇ ਵਿੱਚ ਵੀ ਪਾਇਲਟ ਬਣਨਾ ਚਾਹੁੰਦੇ ਹੈਗੇ ਹੋ ਤਾਂ ਤੁਹਾਨੂੰ ਮਿਨੀਮਮ 35 ਤੋਂ 45 ਲੱਖ ਰੁਪਏ ਦੀ ਇਨਵੈਸਟਮੈਂਟ ਕਰਨੀ ਪੈਂਦੀ ਹੈਗੀ ਆ ਤੁਹਾਡੀ ਸਟੱਡੀ ਦੇ ਵਿੱਚ। ਸੋ ਜੇਕਰ ਤੁਸੀਂ ਇੰਡੀਆ ਦੇ ਵਿੱਚ ਸਟੱਡੀ ਕਰਨਾ ਚਾਹੁੰਦੇ ਹੈਗੇ ਹੋ ਪਾਇਲਟ ਪ੍ਰੋਗਰਾਮ ਦੇ ਲਈ, ਤਾਂ ਉਹਦੇ ਵਿੱਚ ਤੁਹਾਡੀ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਅਪਰੋਕਸੀਮੇਟਲੀ 35 to 45 ਲੱਖ ਦੇ ਅਪਰੋਕਸ ਹੁੰਦੀ ਹੈਗੀ ਆ। ਸੋ ਇੱਥੇ ਮੈਂ ਤੁਹਾਡੇ ਨਾਲ ਅੱਜ ਗੱਲ ਕਰਾਂਗੀ ਕੈਨੇਡਾ ਦੇ ਫੀਸ ਸਟਰਕਚਰ ਦੀ, ਜਿਹੜੇ ਕਿ ਬਹੁਤ ਹੀ ਸਪੈਸ਼ਲ ਫੀਸ ਸਟਰਕਚਰ ਅਕੈਡੀਆ ਕਾਲਜ ਤੁਹਾਡੇ ਲਈ ਲੈ ਕੇ ਆਇਆ ਆ, ਦੈਟ ਇਜ਼ only $48,500। ਜੇ ਆਪਾਂ ਉਹਨੂੰ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰਦੇ ਹੈਗੇ ਤਾਂ ਦੈਟ ਇਜ਼ ਓਨਲੀ 27 ਲੱਖ। ਜਿਵੇਂ ਕਿ ਮੈਮ ਤੁਸੀਂ ਦੱਸ ਰਹੇ ਹੋ ਇਹ ਪਾਇਲਟ ਪ੍ਰੋਗਰਾਮ, ਅਤੇ ਮੈਂ ਇਹ ਜਾਣਨਾ ਚਾਹੁੰਦੀ ਕਿ ਜਿਹੜਾ ਪਾਇਲਟ ਪ੍ਰੋਗਰਾਮ ਹੈਗਾ ਇਹ ਸੁਣਨ 'ਚ ਬੜਾ ਮਹਿੰਗਾ ਲੱਗ ਰਿਹਾ ਹੈ। ਜਿਵੇਂ ਅਸੀਂ ਇੰਡੀਆ ਦੀ ਗੱਲ ਕਰੀਏ, ਇੰਡੀਆ ਵੀ ਬਹੁਤ ਮਹਿੰਗਾ ਹੈ ਕੋਰਸ, ਅਤੇ ਜੇ ਬੱਚੇ ਉੱਧਰੋਂ ਕਰਨਾ ਚਾਹੁੰਦੇ ਕੋਰਸ, ਅਤੇ ਇਸ ਕੋਰਸ ਦੀ ਕੀ ਰਿਕੁਆਇਰਮੈਂਟ ਹੈ? ਲਾਈਕ ਇਹ ਜਿਹੜੇ ਬੱਚਿਆਂ ਦੇ ਓਵਰਆਲ 6 ਬੈਂਡ ਹੈਗੇ ਅਤੇ ਇੱਕ 'ਚ 5.5 ਹੈ, ਉਹ ਬੱਚੇ ਕਿਆ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਹੈ?
ਜੀ ਬਿਲਕੁਲ ਪੂਜਾ, ਇੱਥੇ ਮੈਂ ਸਟੂਡੈਂਟਸ ਨੂੰ ਇਹ ਚੀਜ਼ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਪ੍ਰੋਗਰਾਮ ਜਿਹੜਾ ਏਵੀਏਸ਼ਨ ਪ੍ਰੋਗਰਾਮ ਹੈਗਾ ਆ, ਇਹ ਆਪਾਂ ਨੂੰ ਸੁਣ ਕੇ ਹੀ ਇਸ ਤਰੀਕੇ ਨਾਲ ਲੱਗਦਾ ਹੈਗਾ ਆ ਕਿ ਇਹ ਪ੍ਰੋਗਰਾਮ ਦੀ ਰਿਕੁਆਇਰਮੈਂਟ ਬਹੁਤ ਹਾਈ ਫਾਈ ਹੋਏਗੀ, ਬਟ ਇੱਥੇ ਮੈਂ ਆਪਣੇ ਸਟੂਡੈਂਟਸ ਨੂੰ ਇਹ ਜਾਣਕਾਰੀ ਦੇ ਦੇਣਾ ਚਾਹੁੰਦੀ ਹਾਂ ਕਿ ਲਾਈਕ ਇਸ ਕੋਰਸ ਨੂੰ ਤੁਸੀਂ overall 55%, or if you have good percentage in mathematics, then you can apply with overall 50% as well. And non-medical stream student we prefer for this course, Pooja. And also the students who has mathematics with the medical, ਕੁਝ student ਹੁੰਦੇ ਆ ਜਿਨ੍ਹਾਂ ਦਾ like ਉਹਨਾਂ ਨੂੰ math ਵੀ ਪਸੰਦ ਹੁੰਦਾ ਆ, and they have done already mathematics with the medical stream also, they can also opt for this study. And few students are also there who opt the mathematics, they are very good in mathematics and they opt mathematics with arts stream. ਸੋ ਜੇ ਮੈਂ ਆਰਟਸ ਸਟਰੀਮ ਦੀ ਗੱਲ ਕਰਦੀ ਹੈਗੀ ਹਾਂ, ਜਿਹੜੇ ਸਟੂਡੈਂਟਸ ਨੇ ਆਰਟਸ ਦੇ ਸਬਜੈਕਟਸ ਪੜ੍ਹੇ ਹੋਏ ਆ ਅਤੇ ਮੈਥੇਮੈਟਿਕਸ ਵੀ ਉਹਨਾਂ ਦਾ ਇੱਕ ਸਬਜੈਕਟ ਸੀਗਾ ਵਿੱਚ ਉਹਦੇ, ਔਰ ਉਹਨਾਂ ਦੀ ਪਰਸੈਂਟੇਜ ਜਿਹੜੀ ਹੈਗੀ ਆ ਉਹ 50% ਹੈਗੀ ਆ, ਉਹ ਵੀ ਸਟੂਡੈਂਟ ਅਪਲਾਈ ਕਰ ਸਕਦੇ ਆ ਇਸ ਏਵੀਏਸ਼ਨ ਪ੍ਰੋਗਰਾਮ ਦੇ ਲਈ। ਐਂਡ ਜੇ ਮੈਂ IELTS ਦੀ ਗੱਲ ਕਰਾਂ, ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਸੀਗੇ ਕਿ ਇਹਦੀ ਕੀ ਰਿਕੁਆਇਰਮੈਂਟ ਹੈਗੀ ਆ, ਤਾਂ ਓਵਰਆਲ 6 ਬੈਂਡ ਐਂਡ 5.5 in 1 or 2 module you can apply for this course. So ਇਹਦੀ ਜਿਹੜੀ ਰਿਕੁਆਇਰਮੈਂਟ ਆ ਕੋਈ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਆ। We are fulfilling all the students dream to be a pilot, and even ਜੇ ਮੈਂ ਫੀ ਸਟਰਕਚਰ ਦੀ ਜਿਸ ਤਰ੍ਹਾਂ ਗੱਲ ਕੀਤੀ ਉਹ ਵੀ ਰੀਜ਼ਨੇਬਲ ਫੀ ਸਟਰਕਚਰ ਹੈਗਾ ਆ, and student can pay this fees very conveniently. That I will discuss with you at next stage. ਸੋ ਜੈਸੇ ਕਿ ਤੁਸੀਂ ਮੈਨੂੰ ਦੱਸਿਆ ਕਿ ਇਹਦੀ ਜਿਹੜੀ ਫੀਸ ਹੈਗੀ ਉਹ 48,500 ਹੈਗੀ ਜੀ, ਤੇ ਮੈਂ ਇਹ ਚੀਜ਼ ਜਾਣਨਾ ਚਾਹੁੰਦੀ ਹਾਂ, ਬਹੁਤ ਸਾਰੇ ਬੱਚੇ ਨੂੰ ਇਹ ਕਨਫਿਊਜ਼ਨ ਹੈਗਾ ਕਿ ਜਿਹੜੀ ਇਹ ਫੀਸ ਹੈ ਉਹ ਅਸੀਂ ਇੱਕ ਵਾਰ 'ਚ ਕਿਵੇਂ ਦਈਏ, ਬਿਕੋਜ਼ ਇਹ ਜਿਹੜਾ ਪ੍ਰੋਗਰਾਮ ਹੈ ਅਪਰੋਕਸ 2 years ਦਾ ਹੈਗਾ। ਜੀ ਮੈਮ। ਹਾਂਜੀ, ਤਾਂ ਇਹ ਮੈਂ ਤੁਹਾਨੂੰ ਜਾਣਨਾ ਚਾਹੁੰਦੀ ਹਾਂ ਕਿ ਲਾਈਕ ਅਸੀਂ ਬੱਚਾ ਇਹ ਕਿਵੇਂ ਫੀਸ ਪੇ ਕਰ ਸਕਦਾ, ਲਾਈਕ ਫਸਟ ਇੰਸਟਾਲਮੈਂਟ ਜਾਂ ਸੈਕਿੰਡ ਇੰਸਟਾਲਮੈਂਟ ਕਿਵੇਂ ਉਹ ਪੇ ਕਰ ਸਕਦਾ ਹੈ। ਫਸਟਲੀ ਇੱਥੇ ਮੈਂ ਸਟੂਡੈਂਟਸ ਤੁਹਾਨੂੰ ਇਹ ਚੀਜ਼ ਦੱਸ ਦੇਣਾ ਚਾਹੁੰਦੀ ਹੈਗੀ ਆ ਕਿ ਇਹਦਾ ਫੀਸ ਸਟਰਕਚਰ ਜਿਹੜਾ ਹੈਗਾ ਆ ਉਹ ਬਹੁਤ ਹੀ ਕਨਵੀਨੀਅੰਟ ਹੈਗਾ ਆ, ਤੁਸੀਂ ਉਹਨੂੰ ਕਨਵੀਨੀਅੰਟਲੀ ਪੇ ਕਰ ਸਕਦੇ ਹੈਗੇ ਆ। ਜਿਹੜਾ ਫਸਟ ਡਿਪੋਜ਼ਿਟ ਹੈਗਾ ਆ ਦੈਟ ਇਜ਼ ਓਨਲੀ $16,000 ਐਂਡ ਲੇਟਰ ਔਨ ਦੇ ਕੈਨ ਪੇ ਦੇਅਰ ਫੀਸ ਐਟ ਆਵਰਲੀ ਬੇਸਿਸ ਐਜ਼ ਵੈਲ। ਜਿਸ ਤਰ੍ਹਾਂ ਤੁਹਾਡੀਆਂ ਉੱਥੇ ਕਲਾਸਿਸ ਹੁੰਦੀਆਂ ਆ, ਜੇ ਮੈਂ ਗੱਲ ਕਰਦੀ ਹਾਂ ਕਿ ਉਹਦੇ ਵਿੱਚ ਡਿਊਲ ਫਲਾਈਂਗ ਦੀਆਂ ਕਲਾਸਿਸ ਹੁੰਦੀਆਂ ਆ, ਸੋਲੋ ਫਲਾਈਂਗ ਦੀਆਂ ਕਲਾਸਿਸ ਹੁੰਦੀਆਂ ਆ, ਸੋ ਉਹਦੇ ਅਕੋਰਡਿੰਗਲੀ ਤੁਸੀਂ ਜਿਹੜੀ ਹੈਗੀ ਆ ਉਹ ਫੀਸ ਆਪਣੀ ਉੱਥੇ ਪੇ ਕਰ ਸਕਦੇ ਹੈਗੇ ਹੋ। ਦੈਟ ਇਜ਼ ਰੀਅਲੀ ਵੈਰੀ ਕਨਵੀਨੀਅੰਟ ਫॉर ਦ ਸਟੂਡੈਂਟਸ ਟੂ ਪੇ ਦੇਅਰ ਟਿਊਸ਼ਨ ਫੀਸ ਐਟ ਕਾਲਜ। ਐਂਡ ਜਿਸ ਤਰ੍ਹਾਂ ਤੁਸੀਂ ਨੈਕਸਟ ਕੁਐਸਚਨ ਮੈਨੂੰ ਪੁੱਛਿਆ ਸੀ ਕਿ ਡਿਊਰੇਸ਼ਨ ਕੀ ਹੈਗੀ ਆ ਮੈਡਮ ਪ੍ਰੋਗਰਾਮ ਦੀ, ਕੀ ਇਹ ਜਿਹੜਾ ਫੀਸ ਸਟਰਕਚਰ ਹੈਗਾ ਆ ਉਹ ਕੰਪਲੀਟ ਕੋਰਸ ਦੇ ਲਈ ਹੈਗਾ ਆ। ਇੱਥੇ ਮੈਂ ਤੁਹਾਨੂੰ ਇਹ ਚੀਜ਼ ਦੱਸ ਦੇਣਾ ਚਾਹਾਂਗੀ ਕਿ ਇਹ ਜਿਹੜਾ ਕੋਰਸ ਹੈਗਾ ਆ ਇਹਦੇ ਵਿੱਚ 2 years ਦੀ ਜਿਹੜੀ ਹੈਗੀ ਉਹ ਡਿਊਰੇਸ਼ਨ ਹੈਗੀ ਆ, ਬਟ ਇਟ ਆਲ ਡਿਪੈਂਡਸ ਅਪੋਨ ਦਾ ਵੈਦਰ ਕੰਡੀਸ਼ਨਸ। ਜੇ ਆਪਾਂ ਸੋਲੋ ਫਲਾਈਂਗ ਦੀ ਗੱਲ ਕਰੀਏ ਤਾਂ ਆਪਾਂ ਸਟੂਡੈਂਟ ਨੂੰ ਉਦੋਂ ਹੀ ਪ੍ਰੋਵਾਈਡ ਕਰ ਸਕਦੇ ਹੈਗੇ ਆ ਜਦੋਂ ਵੈਦਰ ਜਿਹੜਾ ਆ ਉਹ ਬਿਲਕੁਲ ਕਲੀਅਰ ਹੋਵੇਗਾ। ਸੋ ਸਮ ਟਾਈਮ ਦਿਸ ਕੋਰਸ ਐਕਸਟੈਂਡਿਡ ਬਾਈ 2 or 3 months, and sometime if weather is clear student can finish even prior 2 months as well, right? So ਇਸ ਕੋਰਸ ਦੇ ਵਿੱਚ 3 ਲੈਵਲ ਹੈਗੇ ਆ ਸਾਡੇ ਕੋਲ, ਰੀਕ੍ਰੀਏਸ਼ਨਲ ਪਾਇਲਟ ਲਾਇਸੈਂਸ, ਐਂਡ ਦੈਨ ਪ੍ਰਾਈਵੇਟ ਪਾਇਲਟ ਲਾਇਸੈਂਸ, ਐਂਡ ਦੈਨ ਕਮਰਸ਼ੀਅਲ ਪਾਇਲਟ ਲਾਇਸੈਂਸ। ਇਹਨਾਂ ਤਿੰਨਾਂ ਕੋਰਸਿਸ ਦਾ ਇੱਕ ਸਿਲੇਬਸ ਸਟੂਡੈਂਟ ਨੂੰ ਦੇ ਦਿੱਤਾ ਜਾਂਦਾ ਆ, ਉਹਦੇ ਵਿੱਚ ਆਵਰਸ ਦੀ ਰਿਕੁਆਇਰਮੈਂਟ ਹੁੰਦੀ ਆ। ਜਿਸ ਤਰ੍ਹਾਂ ਸਟੂਡੈਂਟ ਹੈਜ਼ ਟੂ ਕੰਪਲੀਟ ਦਾ 200+ hours in flying if they want to be a private pilot. Okay. And 230+ hours they need to complete for their flying if they want to be a commercial pilot. So we are authorized to provide all the license, and we are taking all the test of our students, and you can see our results. I am sharing every day with you all our results. So ਬੜੇ ਹੀ ਸਟੂਡੈਂਟ ਹੈਗੇ ਆ, ਬਹੁਤ ਹੀ ਸਟੂਡੈਂਟ ਹੈਗੇ ਆ ਜਿਹੜੇ ਪਾਇਲਟ ਬਣਨਾ ਚਾਹੁੰਦੇ ਸੀ, ਔਰ ਉਹਨਾਂ ਦਾ ਇਹ ਸੁਪਨਾ ਜਿਹੜਾ ਉਹ ਅਕਾਡੀਆ ਕਾਲਜ ਨੇ ਸਾਕਾਰ ਕੀਤਾ। ਤੇ ਜੇ ਮੈਂ ਇਹਦੀ ਲੋਕੇਸ਼ਨ ਦੀ ਗੱਲ ਕਰਦੀ ਹੈਗੀ ਆ ਤਾਂ ਲੋਕੇਸ਼ਨ ਜਿਹੜੀ ਹੈਗੀ ਆ ਉਹ ਲੈਂਗਲੇ ਐਂਡ ਸਰੀ ਹੈਗੀ ਆ ਇਨ ਬ੍ਰਿਟਿਸ਼ ਕੋਲੰਬੀਆ। ਤੇ ਇੱਕ ਚੀਜ਼ ਹੋਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਬੱਚਿਆਂ ਦਾ ਬੇਸਿਕਲੀ ਕੁਐਸਚਨ ਇਹ ਹੁੰਦਾ ਹੈ ਕਿ ਜਿਵੇਂ ਗਵਰਨਮੈਂਟ ਕਾਲਜ ਦੇ ਵਿੱਚ ਉਹ ਸਟੱਡੀ ਕਰਦੇ ਆ ਤੇ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਹੈ, ਤੇ ਜਿਵੇਂ ਇਹ ਕਾਲਜ ਜਿਹੜਾ ਹੈਗਾ ਉਹ ਪ੍ਰਾਈਵੇਟ ਕਾਲਜ ਹੈ,
ਤੇ ਇਸ ਕਾਲਜ ਦੇ ਵਿੱਚ ਕੀ ਸਾਨੂੰ ਬੱਚਿਆਂ ਨੂੰ ਵਰਕ ਪਰਮਿਟ ਮਿਲੇਗਾ? ਯੈਸ ਸ਼ੋਰ ਪੂਜਾ, ਇੱਥੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੂੰਗੀ ਕਿ PGWP ਇਜ਼ ਅਵੇਲੇਬਲ ਇਨ ਦਿਸ ਕੋਰਸ। ਇਹਦੇ ਵਿੱਚ ਜਿਹੜਾ ਵਰਕ ਪਰਮਿਟ ਹੈਗਾ ਆ ਉਹ ਅਵੇਲੇਬਲ ਹੈਗਾ ਆ। ਆਫਟਰ ਕੰਪਲੀਸ਼ਨ ਆਫ ਯਰ 2-year ਸਟੱਡੀ ਯੂ ਕੈਨ ਫਾਈਂਡ ਯਰ ਜੌਬਸ ਐਂਡ ਸਟੂਡੈਂਟ ਕੈਨ ਜੁਆਇਨ ਜੌਬਸ ਐਟ ਐਜ਼ ਅ co-pilot as well, and they can also take the experience with the domestic flights also over there. So it's a really good opportunity for students to be a pilot at Acadia College, Langley, British Columbia. ਓਕੇ, ਸੋ ਇੱਕ ਚੀਜ਼ ਹੋਰ ਮੈਂ ਜਾਣਨਾ ਚਾਹਾਂਗੀ, ਜਿਵੇਂ ਕਿ ਬੱਚਾ ਇਹ ਪ੍ਰੋਗਰਾਮ ਉੱਥੋਂ ਕੰਪਲੀਟ ਕਰਦਾ ਹੈ ਤੇ ਉਹਦਾ ਕੀ ਫਿਊਚਰ ਹੈ ਉੱਥੇ? ਜੇ ਉਹ ਇੰਡੀਆ ਵੀ ਆਉਣਾ ਚਾਹੇ ਤਾਂ ਇੰਡੀਆ ਆ ਕੇ ਵੀ ਉਹਦਾ ਕੀ ਫਿਊਚਰ ਹੈ? ਦੇਖੋ ਪੂਜਾ, ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਜਦੋਂ ਆਪਾਂ ਕੋਈ ਵੀ ਜਿਹੜਾ ਪ੍ਰੈਕਟੀਕਲ ਕੋਰਸ ਹੁੰਦਾ ਆ ਉਹ ਹਰ ਇੱਕ ਕੰਟਰੀ ਦੀ ਇੱਕ ਡਿਫਰੈਂਟ ਰਿਕੁਆਇਰਮੈਂਟ ਹੁੰਦੀ ਆ। ਜੇ ਸਟੂਡੈਂਟ ਇਹ ਕੋਰਸ ਜਿਹੜਾ ਉਹ ਕੈਨੇਡਾ 'ਚ ਕੰਪਲੀਟ ਕਰ ਰਿਹਾ ਹੈਗਾ ਆ ਤੇ ਉਹਨੂੰ ਇਹ ਸਾਰੀ ਜਿਹੜੀ ਸਟੱਡੀ ਤਾਂ ਚਲੋ ਸੇਮ ਹੁੰਦੀ ਆ ਲਾਈਕ, ਬਟ ਸਟਿਲ ਉਹਨੂੰ ਉਹ ਕ੍ਰਾਈਟੇਰੀਆ ਜਿਹੜਾ ਸਮਝਾਇਆ ਜਾਂਦਾ ਆ ਪਲੇਨ ਫਲਾਈ ਕਰਨ ਦਾ, ਉਹ ਕੈਨੇਡਾ ਦੇ ਰੂਲਸ ਦੇ ਅਕੋਰਡਿੰਗਲੀ ਜਿਹੜਾ ਉਹ ਸਮਝਾਇਆ ਜਾਂਦਾ ਆ। ਸੋ ਜੇ ਸਟੂਡੈਂਟ ਉਹ ਜੌਬ ਇੰਡੀਆ ਦੇ ਵਿੱਚ ਆ ਕੇ ਕਰਨਾ ਚਾਹੁੰਦਾ ਹੈ ਤੇ ਆਫ ਕੋਰਸ ਉਹਨੂੰ ਇੰਡੀਆ ਦੇ ਵਿੱਚ ਆ ਕੇ ਲਾਇਸੈਂਸ ਆਪਣਾ ਜਿਹੜਾ ਹੈਗਾ ਆ ਉਹ ਇੱਧਰ ਵੀ ਕਲੀਅਰ ਕਰਨਾ ਪਏਗਾ। ਦੇਰ ਆਰ ਸਮ ਟੈਸਟ ਜਿਹੜੇ ਸਟੂਡੈਂਟ ਨੂੰ ਕਲੀਅਰ ਕਰਨੇ ਪੈਂਦੇ ਆ ਟੂ ਨੋ ਅਬਾਊਟ ਦ ਫਲਾਈਂਗ ਕ੍ਰਾਈਟੇਰੀਆ ਇਨ ਆਵਰ ਕੰਟਰੀ ਆਲਸੋ।